फ्रेंड्स, और वीडियोस के लिए हमारे इस चैनल को सब्सक्राइब करें और बेल आइकन को भी ज़रूर दबाएं। ਹੈਲੋ ਫਰੈਂਡਸ, ਵੈਲਕਮ ਟੂ ਮਾਈ YouTube ਚੈਨਲ। ਫਰੈਂਡ, ਅੱਜ ਦੀ ਵੀਡੀਓ ਵਿੱਚ ਅਸੀਂ ਸਿਵਿਕਸ ਦੇ ਕੁਝ ਹੋਰ ਇੰਪੋਰਟੈਂਟ ਕੁਐਸਚਨਸ ਕਰਨ ਵਾਲੇ ਹਾਂ ਜੀ, ਜਿਹੜੇ ਕਿ SST ਦੇ ਮਾਸਟਰ ਕੈਡਰ ਐਗਜ਼ਾਮ ਵਿੱਚ ਆ ਸਕਦੇ ਨੇ ਜੀ। ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ ਜੀ ਇਹਨਾਂ ਨੂੰ ਤੁਸੀਂ ਜ਼ਰੂਰ ਕਰ ਲਿਓ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇਕਰ ਸਬਸਕ੍ਰਾਈਬ ਹਾਲੇ ਤੱਕ ਤੁਸੀਂ ਨਹੀਂ ਕੀਤਾ ਹੈ ਤਾਂ। ਠੀਕ ਹੈ ਜੀ, ਤਾਂ ਆਪਾਂ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਹੈ, ਭਾਰਤ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਨਿਮਨਲਿਖਿਤ ਵਿੱਚੋਂ ਕੌਣ ਉਪ ਰਾਸ਼ਟਰਪਤੀ ਨਹੀਂ ਸਨ? ਤਾਂ ਕੌਣ ਸਨ ਜੀ ਉਹ ਜਿਹੜੇ ਕਿ ਭਾਰਤ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਉਪ ਰਾਸ਼ਟਰਪਤੀ ਨਹੀਂ ਸਨ, ਵਾਈਸ ਪ੍ਰੈਜ਼ੀਡੈਂਟ ਨਹੀਂ ਸਨ? ਤਾਂ A ਆਪਸ਼ਨ ਹੈ ਜੀ ਡਾਕਟਰ S ਰਾਧਾ ਕ੍ਰਿਸ਼ਨਨ, B ऑप्शन है डॉक्टर जाकिर हुसैन, C ऑप्शन है VV गिरी, D ऑप्शन है ਗਿਆਨੀ ਜੈਲ ਸਿੰਘ। ਤਾਂ ਕੌਣ ਸਨ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ D ਆਪਸ਼ਨ, ਗਿਆਨੀ ਜੈਲ ਸਿੰਘ। ਠੀਕ ਹੈ ਜੀ, ਗਿਆਨੀ ਜੈਲ ਸਿੰਘ ਜਿਹੜੇ ਸਨ ਜੀ ਉਹ ਭਾਰਤ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਉਪ ਰਾਸ਼ਟਰਪਤੀ ਨਹੀਂ ਸਨ। ਨੈਕਸਟ ਕੁਐਸਚਨ ਹੈ ਜੀ, ਨਿਮਨਲਿਖਿਤ ਵਿੱਚੋਂ ਕਿਹੜੀ ਪੰਚਾਇਤੀ ਰਾਜ ਸੰਸਥਾ ਨਹੀਂ ਹੈ? ਤਾਂ ਇਹਨਾਂ ਵਿੱਚ ਕਿਹੜੀ ਹੈ ਜੀ ਜਿਹੜੀ ਪੰਚਾਇਤੀ ਰਾਜ ਸੰਸਥਾ ਨਹੀਂ ਹੈ ਜੀ? ਤਾਂ A ਆਪਸ਼ਨ ਹੈ ਜ਼ਿਲ੍ਹਾ ਪਰਿਸ਼ਦ, B ਆਪਸ਼ਨ ਹੈ ਪੰਚਾਇਤ ਸਮਿਤੀ, C ਆਪਸ਼ਨ ਹੈ ਗ੍ਰਾਮ ਪੰਚਾਇਤ, D ਆਪਸ਼ਨ ਹੈ ਨਗਰ ਪਰਿਸ਼ਦ। ਤਾਂ ਕਿਹੜੀ ਹੈ ਜੀ ਜਿਹੜੀ ਪੰਚਾਇਤੀ ਰਾਜ ਸੰਸਥਾ ਨਹੀਂ ਹੈ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ D ਆਪਸ਼ਨ, ਨਗਰ ਪਰਿਸ਼ਦ। ਠੀਕ ਹੈ ਜੀ, ਨਗਰ ਪਰਿਸ਼ਦ ਜਿਹੜੀ ਹੈ ਜੀ ਉਹ ਪੰਚਾਇਤੀ ਰਾਜ ਸੰਸਥਾ ਨਹੀਂ ਹੈ। ਨੈਕਸਟ ਕੁਐਸਚਨ ਹੈ ਜੀ, ਕਿਹੜੇ ਸੰਵਿਧਾਨ ਸੰਸ਼ੋਧਨ ਅਧਿਨਿਯਮ ਦੁਆਰਾ ਕੇਂਦਰ ਸ਼ਾਸਿਤ ਖੇਤਰ ਦਿੱਲੀ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਅਤੇ ਉਸ ਦਾ ਨਾਂ ਬਦਲ ਕੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਕਰ ਦਿੱਤਾ ਗਿਆ? ਤਾਂ ਕਿਹੜਾ ਸੰਵਿਧਾਨ ਸੰਸ਼ੋਧਨ ਅਧਿਨਿਯਮ ਸੀਗਾ ਜੀ ਜਿਸ ਦੇ ਅਕੋਰਡਿੰਗ ਜਿਹੜਾ ਹੈ ਜੀ ਕੇਂਦਰ ਸ਼ਾਸਿਤ ਖੇਤਰ ਜਿਹੜਾ ਦਿੱਲੀ ਹੈ ਉਸ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਅਤੇ ਉਸ ਦਾ ਨਾਂ ਬਦਲ ਕੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਕਰ ਦਿੱਤਾ ਗਿਆ? ਤਾਂ A ਆਪਸ਼ਨ ਹੈ ਜੀ 61ਵਾਂ, B ਆਪਸ਼ਨ ਹੈ ਜੀ 65ਵਾਂ, C ਆਪਸ਼ਨ ਹੈ 69ਵਾਂ, D ਆਪਸ਼ਨ ਹੈ 70ਵਾਂ? ਤਾਂ ਕਿਹੜਾ ਸੰਵਿਧਾਨ ਸੰਸ਼ੋਧਨ ਸੀ ਜੀ ਉਹ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ C ਆਪਸ਼ਨ, 69ਵਾਂ, 69th। ਠੀਕ ਹੈ ਜੀ, 69ਵਾਂ ਸੰਵਿਧਾਨ ਸੰਸ਼ੋਧਨ ਅਧਿਨਿਯਮ ਦੁਆਰਾ ਕੇਂਦਰ ਸ਼ਾਸਿਤ ਖੇਤਰ ਦਿੱਲੀ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਅਤੇ ਉਸ ਦਾ ਨਾਮ ਬਦਲ ਕੇ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਕਰ ਦਿੱਤਾ ਗਿਆ ਸੀ। ਨੈਕਸਟ ਕੁਐਸਚਨ ਹੈ ਜੀ, ਹਾਈ ਕੋਰਟ ਦੇ ਜੱਜਾਂ ਦੀ ਸੰਖਿਆ ਵਿੱਚ ਵਾਧਾ ਕਰਨ ਦੀ ਸ਼ਕਤੀ ਨਿਮਨਲਿਖਿਤ ਵਿੱਚੋਂ ਕਿਸ ਦੇ ਕੋਲ ਹੈ? ਤਾਂ ਹਾਈ ਕੋਰਟ ਦੇ ਜੱਜਾਂ ਦੀ ਸੰਖਿਆ ਵਧਾਉਣੀ ਹੋਵੇ ਤਾਂ ਇਹ ਸ਼ਕਤੀ ਕਿਸ ਦੇ ਕੋਲ ਹੈ ਜੀ? ਤਾਂ A ਆਪਸ਼ਨ ਹੈ ਪ੍ਰਧਾਨ ਮੰਤਰੀ, B ਆਪਸ਼ਨ ਹੈ ਰਾਸ਼ਟਰਪਤੀ, C ਆਪਸ਼ਨ ਹੈ ਸੰਸਦ, D ਆਪਸ਼ਨ ਹੈ ਵਿਧੀ ਮੰਤਰਾਲੇ। ਤਾਂ ਹਾਈ ਕੋਰਟ ਦੇ ਜੱਜਾਂ ਦੀ ਸੰਖਿਆ ਦੇ ਵਿੱਚ ਵਾਧਾ ਕਰਨ ਦੀ ਸ਼ਕਤੀ ਜਿਹੜੀ ਹੈ ਜੀ ਕਿਸ ਦੇ ਕੋਲ ਹੈ ਇਹਨਾਂ ਵਿੱਚੋਂ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ C ਆਪਸ਼ਨ, ਸੰਸਦ। ਠੀਕ ਹੈ ਜੀ, ਹਾਈ ਕੋਰਟ ਦੇ ਜੱਜਾਂ ਦੀ ਸੰਖਿਆ ਵਿੱਚ ਵਾਧਾ ਕਰਨ ਦੀ ਸ਼ਕਤੀ ਸੰਸਦ ਕੋਲ ਹੁੰਦੀ ਹੈ। ਨੈਕਸਟ ਕੁਐਸਚਨ ਹੈ ਜੀ, ਸਭ ਤੋਂ ਪਹਿਲਾਂ ਕਿਹੜੇ ਰਾਜ ਦੀ ਵਿਧਾਨ ਸਭਾ ਦਾ ਵਿਘਟਨ ਉਸ ਦੀ ਪਹਿਲੀ ਬੈਠਕ ਹੋਣ ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ? ਤਾਂ ਕਿਹੜਾ ਰਾਜ ਸੀ ਜੀ ਜਿਸ ਦੀ ਵਿਧਾਨ ਸਭਾ ਦਾ ਵਿਘਟਨ ਉਸ ਦੀ ਪਹਿਲੀ ਬੈਠਕ ਹੋਣ ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ? ਤਾਂ A ਆਪਸ਼ਨ ਹੈ ਜੀ ਤਾਮਿਲਨਾਡੂ, B ਆਪਸ਼ਨ ਹੈ ਆਂਧਰਾ ਪ੍ਰਦੇਸ਼, C ਆਪਸ਼ਨ ਹੈ ਕੇਰਲ, D ਆਪਸ਼ਨ ਹੈ ਕਰਨਾਟਕ। ਤਾਂ ਕਿਹੜਾ ਰਾਜ ਸੀ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ C ਆਪਸ਼ਨ, ਕੇਰਲ। ਠੀਕ ਹੈ ਜੀ, ਕੇਰਲ ਦੀ ਵਿਧਾਨ ਸਭਾ ਦਾ ਵਿਘਟਨ ਉਸ ਦੀ ਪਹਿਲੀ ਬੈਠਕ ਹੋਣ ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਨੈਕਸਟ ਕੁਐਸਚਨ ਹੈ ਜੀ, ਕਿਸੇ ਭਾਰਤੀ ਰਾਜ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਬਣੀ ਸੀ? ਤਾਂ ਕਿਸੇ ਭਾਰਤੀ ਰਾਜ ਦੀ, ਕਿਸੇ ਭਾਰਤੀ ਸਟੇਟ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਬਣੀ ਸੀ ਜੀ ਇਹਨਾਂ ਵਿੱਚੋਂ? ਤਾਂ A ਆਪਸ਼ਨ ਹੈ ਜੀ ਸੁਚਿਤਾ ਕ੍ਰਿਪਲਾਨੀ, B ਆਪਸ਼ਨ ਹੈ ਵਿਜੈ ਲక్ష్ਮੀ ਪੰਡਿਤ, C ਆਪਸ਼ਨ ਹੈ ਨੰਦਿਨੀ ਸਤਪਥੀ, D ਆਪਸ਼ਨ ਹੈ ਸਰੋਜਨੀ ਨਾਇਡੂ। ਤਾਂ ਕੌਣ ਸੀ ਜੀ ਜਿਹੜੀ ਕਿ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ ਸੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ A ਆਪਸ਼ਨ, ਸੁਚਿਤਾ ਕ੍ਰਿਪਲਾਨੀ। ਠੀਕ ਹੈ ਜੀ, ਸੁਚਿਤਾ ਕ੍ਰਿਪਲਾਨੀ ਜਿਹੜੀ ਸੀ ਜੀ ਭਾਰਤੀ ਰਾਜ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਸੀ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਜੀ, 73ਵਾਂ ਸੰਵਿਧਾਨ ਸੰਸ਼ੋਧਨ ਨਿਮਨਲਿਖਿਤ ਵਿੱਚੋਂ ਕਿਸ ਦੇ ਨਾਲ ਸੰਬੰਧਿਤ ਹੈ? ਤਾਂ ਜਿਹੜਾ 73ਵਾਂ ਸੰਵਿਧਾਨ ਸੰਸ਼ੋਧਨ ਹੈ ਜੀ ਇਹ ਕਿਸ ਦੇ ਨਾਲ ਸੰਬੰਧਿਤ ਹੈ? A ਆਪਸ਼ਨ ਹੈ ਜੀ ਨਗਰਪਾਲਿਕਾ ਨਿਗਮ ਨਾਲ, B ਆਪਸ਼ਨ ਹੈ ਮਕਾਨ ਕਿਰਾਏ ਅਧਿਨਿਯਮ ਨਾਲ,
सी ऑप्शन है पंचायती राज अधिनियम नाल, डी ऑप्शन है संसद के मैंबर के वेतन नाल। तो 73वां संविधान संशोधन किस दे नाल संबंधित है जी? तो इसका जिहड़ा राइट आंसर होवेगा वो होवेगा सी ऑप्शन पंचायती राज अधिनियम नाल। ठीक है जी, पंचायती राज अधिनियम नाल संबंधित है जी 73वां संविधान संशोधन। ठीक है जी, नेक्स्ट क्वेश्चन है संसदी प्रणाली सब तो पहला किहड़े देश विच विकसित हुई सी? तो जिहड़ी संसदी प्रणाली है जी पार्लीमेंटरी सिस्टम, ये सब तो पहला किहड़े देश विच विकसित हुई सी जी? ए ऑप्शन है जी ब्रिटेन, बी ऑप्शन है बेल्जियम, सी ऑप्शन है फ्रांस, डी ऑप्शन है स्विट्जरलैंड। तो संसदी प्रणाली जिहड़ी है जी सब तो पहला किहड़े देश विच विकसित हुई सी जी? तो इसका जिहड़ा राइट आंसर होवेगा वो होवेगा ए ऑप्शन ब्रिटेन विच। ठीक है जी, संसदी प्रणाली सब तो पहला ब्रिटेन विच विकसित हुई सी। नेक्स्ट क्वेश्चन है निम्नलिखित विचों किस अधिनियम द्वारा भारत के गवर्नर जनरल ਨੂੰ अध्यादेश जारी करने की शक्ति प्रदान की गई? तो किहड़ा अधिनियम सी जी जिस दे द्वारा भारत के गवर्नर जनरल ਨੂੰ अध्यादेश जारी करने की शक्ति प्रदान की गई सी जी? तो ए ऑप्शन है जी चार्टर एक्ट 1833, बी ऑप्शन है भारतीय परिषद अधिनियम 1861, सी ऑप्शन है भारतीय परिषद अधिनियम 1892, डी ऑप्शन है भारतीय परिषद अधिनियम 1909। तो किहड़े अधिनियम द्वारा भारत के गवर्नर जनरल ਨੂੰ अध्यादेश जारी करने की शक्ति प्रदान की गई जी? तो इसका जिहड़ा राइट आंसर होवेगा वो होवेगा बी ऑप्शन भारतीय परिषद अधिनियम 1861। ठीक है जी, भारतीय परिषद अधिनियम 1861 द्वारा भारत के गवर्नर जनरल ਨੂੰ अध्यादेश जारी करने की शक्ति प्रदान की गई सी। ठीक है जी, नेक्स्ट क्वेश्चन है मुसलमानों के लिए अलग तो चोण मंडल शुरुआत विच किस दे द्वारा लियाया गया सी? तो मुसलमानों के लिए जिहड़ा चोण मंडल है जी शुरुआत विच किस दे द्वारा लियाया गया सी? तो ए ऑप्शन है जी क्रिप्स मिशन 1942, बी ऑप्शन है मॉर्ले मिंटो सुधार 1909, सी ऑप्शन है भारत सरकार अधिनियम 1938, डी ऑप्शन है इन्हां विचों कोई नहीं। तो मुसलमानों के लिए अलग तो चोण मंडल की शुरुआत विच किस द्वारा लियाया गया सी जी? तो इसका जिहड़ा राइट आंसर होवेगा वो होवेगा बी ऑप्शन मॉर्ले मिंटो सुधार 1909। ठीक है जी, मॉर्ले मिंटो सुधार 1909 द्वारा ये जिहड़ा है जी मुसलमानों के लिए अलग तो चोण मंडल की शुरुआत विच लियाया गया सी। ठीक है जी, नेक्स्ट क्वेश्चन है भारत का संविधान लागू होने तक सुतंत्रता के बाद इसका शासन किस दे अंतर्गत चलाया गया सी? तो सुतंत्रता के बाद जो तक संविधान लागू नहीं होया सी जी उदों तक जिहड़ा शासन है जी भारत का वो किस दे अंतर्गत चलाया गया सी? तो ए ऑप्शन है जी भारतीय नेतावां के परामर्श नाल बने कानून द्वारा, बी ऑप्शन है जी इंग्लैंड के संविधान अनुसार, सी ऑप्शन है 1935 के भारत सरकार अधिनियम के अनुसार, डी ऑप्शन है इन्हां विचों कोई नहीं। तो किस दे अंतर्गत चलाया गया सी जी भारत का शासन? तो इसका जिहड़ा राइट आंसर होवेगा जी वो होवेगा सी ऑप्शन 1935 के भारत सरकार अधिनियम के अनुसार। ठीक है जी, भारत का संविधान लागू होने तक सुतंत्रता के बाद इसका जिहड़ा शासन है जी वो 1935 के भारत सरकार अधिनियम के अनुसार चलाया गया सी। ठीक है जी, नेक्स्ट क्वेश्चन है उन्नीस सौ 24 विच किस दे द्वारा ब्रिटिश सरकार तो ये मंग की गई कि भारतीय संविधान के निर्माण लई संविधान सभा का गठन किया जाए? तो किस दे द्वारा ये मंग की गई सी जी कि भारतीय संविधान के निर्माण लई संविधान सभा का गठन किया जाए 1924 विच? तो ए ऑप्शन है जी MN राय, बी ऑप्शन है महात्मा गांधी, सी ऑप्शन है मोतीलाल नेहरू, डी ऑप्शन है गोपाल कृष्ण गोखले। तो किस द्वारा ये मंग की गई सी जी? तो इसका जिहड़ा राइट आंसर होवेगा जी वो होवेगा सी ऑप्शन मोतीलाल नेहरू द्वारा। ठीक है जी, 1924 विच मोतीलाल नेहरू द्वारा ब्रिटिश सरकार तो ये मंग की गई कि भारतीय संविधान के निर्माण लई संविधान सभा का गठन किया जाना चाहिए है। ठीक है जी, नेक्स्ट क्वेश्चन है संविधान सभा नूं इन्हां विचों किसने मूर्त रूप प्रदान किया सी?
ਤਾਂ ਸੰਵਿਧਾਨ ਸਭਾ ਨੂੰ ਇਹਨਾਂ ਵਿੱਚੋਂ ਕਿਸ ਨੇ ਮੂਰਤ ਰੂਪ ਪ੍ਰਦਾਨ ਕੀਤਾ ਸੀ ਜੀ? ਤਾਂ A ਆਪਸ਼ਨ ਹੈ ਮਹਾਤਮਾ ਗਾਂਧੀ, B ਆਪਸ਼ਨ ਹੈ ਮੋਤੀ ਲਾਲ ਨਹਿਰੂ, C ਆਪਸ਼ਨ ਹੈ MN ਰਾਏ, D ਆਪਸ਼ਨ ਹੈ ਜਵਾਹਰ ਲਾਲ ਨਹਿਰੂ। ਤਾਂ ਸੰਵਿਧਾਨ ਸਭਾ ਨੂੰ ਇਹਨਾਂ ਵਿੱਚੋਂ ਕਿਸ ਨੇ ਮੂਰਤ ਰੂਪ ਪ੍ਰਦਾਨ ਕੀਤਾ ਸੀ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ D ਆਪਸ਼ਨ, ਜਵਾਹਰ ਲਾਲ ਨਹਿਰੂ ਨੇ। ਠੀਕ ਹੈ ਜੀ, ਸੰਵਿਧਾਨ ਸਭਾ ਨੂੰ ਜਵਾਹਰ ਲਾਲ ਨਹਿਰੂ ਨੇ ਮੂਰਤ ਰੂਪ ਪ੍ਰਦਾਨ ਕੀਤਾ ਸੀ। ਨੈਕਸਟ ਕੁਐਸਚਨ ਹੈ ਜੀ, ਕਾਂਗਰਸ ਨੇ ਕਿਹੜੇ ਸਾਲ ਕਿਸੇ ਬਾਹਰੀ ਦਖਲਅੰਦਾਜ਼ੀ ਤੋਂ ਬਿਨਾਂ ਭਾਰਤੀ ਜਨਤਾ ਦੁਆਰਾ ਸੰਵਿਧਾਨ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਪ੍ਰਸਤਾਵ ਪਾਸ ਕੀਤਾ ਸੀ? ਤਾਂ ਕਾਂਗਰਸ ਨੇ ਕਿਹੜੇ ਸਾਲ ਇਹ ਕੀਤਾ ਸੀ ਜੀ ਕਿ ਕਿਸੇ ਬਾਹਰੀ ਦਖਲਅੰਦਾਜ਼ੀ ਤੋਂ ਬਿਨਾਂ ਭਾਰਤੀ ਜਨਤਾ ਦੁਆਰਾ ਸੰਵਿਧਾਨ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਪ੍ਰਸਤਾਵ ਜਿਹੜਾ ਜੀ ਪਾਸ ਕੀਤਾ ਸੀ? ਤਾਂ A ਆਪਸ਼ਨ ਹੈ ਜੀ 1928 ਵਿੱਚ, B ਆਪਸ਼ਨ ਹੈ 1931 ਵਿੱਚ, C ਆਪਸ਼ਨ ਹੈ 1936 ਵਿੱਚ, D ਆਪਸ਼ਨ ਹੈ 1942 ਵਿੱਚ। ਤਾਂ ਕਦੋਂ ਇਹ ਪ੍ਰਸਤਾਵ ਪਾਸ ਕੀਤਾ ਸੀ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ C ਆਪਸ਼ਨ 1936 ਵਿੱਚ। ਠੀਕ ਹੈ ਜੀ, ਕਾਂਗਰਸ ਨੇ 1936 ਵਿੱਚ ਕਿਸੇ ਬਾਹਰੀ ਦਖਲਅੰਦਾਜ਼ੀ ਤੋਂ ਬਿਨਾਂ ਭਾਰਤੀ ਜਨਤਾ ਦੁਆਰਾ ਸੰਵਿਧਾਨ ਦੇ ਨਿਰਮਾਣ ਦੀ ਮੰਗ ਨੂੰ ਲੈ ਕੇ ਪ੍ਰਸਤਾਵ ਜਿਹੜਾ ਹੈ ਜੀ ਪਾਸ ਕੀਤਾ ਸੀ। ਨੈਕਸਟ ਕੁਐਸਚਨ ਹੈ, ਸਾਲ 1942 ਵਿੱਚ ਕਿਸ ਯੋਜਨਾ ਦੇ ਤਹਿਤ ਇਹ ਸਵੀਕਾਰ ਕੀਤਾ ਗਿਆ ਕਿ ਭਾਰਤ ਵਿੱਚ ਇੱਕ ਚੁਣੀ ਹੋਈ ਸੰਵਿਧਾਨ ਸਭਾ ਦਾ ਗਠਨ ਹੋਵੇਗਾ ਜੋ ਯੁੱਧ ਤੋਂ ਬਾਅਦ ਸੰਵਿਧਾਨ ਦਾ ਨਿਰਮਾਣ ਕਰੇਗੀ? ਤਾਂ ਕਿਹੜੀ ਯੋਜਨਾ ਦੇ ਤਹਿਤ ਇਹ ਸਵੀਕਾਰ ਕੀਤਾ ਗਿਆ ਸੀ ਜੀ? ਤਾਂ A ਆਪਸ਼ਨ ਹੈ ਕ੍ਰਿਪਸ ਯੋਜਨਾ, B ਆਪਸ਼ਨ ਹੈ ਵੇਵਲ ਯੋਜਨਾ, C ਆਪਸ਼ਨ ਹੈ ਕੈਬਨਿਟ ਮਿਸ਼ਨ ਯੋਜਨਾ, D ਆਪਸ਼ਨ ਹੈ ਮਾਊਂਟਬੈਟਨ ਯੋਜਨਾ। ਤਾਂ ਕਿਹੜੀ ਯੋਜਨਾ ਦੇ ਤਹਿਤ ਇਹ ਸਵੀਕਾਰ ਕੀਤਾ ਗਿਆ ਸੀ ਜੀ ਕਿ ਭਾਰਤ ਵਿੱਚ ਇੱਕ ਚੁਣੀ ਹੋਈ ਸੰਵਿਧਾਨ ਸਭਾ ਦਾ ਗਠਨ ਹੋਵੇਗਾ ਜੋ ਯੁੱਧ ਤੋਂ ਬਾਅਦ ਸੰਵਿਧਾਨ ਦਾ ਨਿਰਮਾਣ ਕਰੇਗੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ A ਆਪਸ਼ਨ ਕ੍ਰਿਪਸ ਯੋਜਨਾ। ਠੀਕ ਹੈ ਜੀ, 1942 ਵਿੱਚ ਕ੍ਰਿਪਸ ਯੋਜਨਾ ਦੇ ਤਹਿਤ ਹੀ ਇਹ ਸਵੀਕਾਰ ਕੀਤਾ ਗਿਆ ਸੀ ਕਿ ਭਾਰਤ ਵਿੱਚ ਇੱਕ ਸੰਵਿਧਾਨ ਸਭਾ ਦਾ ਗਠਨ ਹੋਵੇਗਾ ਜੀ ਜੋ ਕਿ ਯੁੱਧ ਤੋਂ ਬਾਅਦ ਸੰਵਿਧਾਨ ਦਾ ਨਿਰਮਾਣ ਕਰੇਗੀ। ਨੈਕਸਟ ਕੁਐਸਚਨ ਹੈ, ਸੰਵਿਧਾਨ ਸਭਾ ਦੇ ਗਠਨ ਦੀ ਮੰਗ ਸਭ ਤੋਂ ਪਹਿਲਾਂ 1895 ਵਿੱਚ ਕਿਸ ਦੇ ਦੁਆਰਾ ਪ੍ਰਸਤੁਤ ਕੀਤੀ ਗਈ? ਤਾਂ ਸੰਵਿਧਾਨ ਸਭਾ ਦੇ ਗਠਨ ਦੀ ਮੰਗ ਸਭ ਤੋਂ ਪਹਿਲਾਂ 1895 ਵਿੱਚ ਕਿਸ ਦੁਆਰਾ ਪ੍ਰਸਤੁਤ ਕੀਤੀ ਗਈ ਸੀ ਜੀ? ਤਾਂ A ਆਪਸ਼ਨ ਹੈ ਮਹਾਤਮਾ ਗਾਂਧੀ, B ਆਪਸ਼ਨ ਹੈ ਜਵਾਹਰ ਲਾਲ ਨਹਿਰੂ, C ਆਪਸ਼ਨ ਹੈ BR ਅੰਬੇਡਕਰ, D ਆਪਸ਼ਨ ਹੈ ਬਾਲ ਗੰਗਾਧਰ ਤਿਲਕ। ਤਾਂ 1895 ਵਿੱਚ ਸੰਵਿਧਾਨ ਸਭਾ ਦੇ ਗਠਨ ਦੀ ਮੰਗ ਕਿਸ ਦੇ ਦੁਆਰਾ ਕੀਤੀ ਗਈ ਸੀ ਜੀ ਪ੍ਰਸਤੁਤ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ D ਆਪਸ਼ਨ ਬਾਲ ਗੰਗਾਧਰ ਤਿਲਕ ਦੁਆਰਾ। ਠੀਕ ਹੈ ਜੀ, ਬਾਲ ਗੰਗਾਧਰ ਤਿਲਕ ਦੁਆਰਾ ਜਿਹੜੀ ਹੈ ਜੀ 1895 ਵਿੱਚ ਸੰਵਿਧਾਨ ਸਭਾ ਦੇ ਗਠਨ ਦੀ ਮੰਗ ਕੀਤੀ ਗਈ ਸੀ। ਨੈਕਸਟ ਕੁਐਸਚਨ ਹੈ ਜੀ, ਭਾਰਤ ਦੀ ਸੰਵਿਧਾਨ ਸਭਾ ਗਠਿਤ ਕਰਨ ਦਾ ਆਧਾਰ ਨਿਮਨਲਿਖਿਤ ਵਿੱਚੋਂ ਕੀ ਸੀ? ਤਾਂ ਭਾਰਤ ਦੀ ਸੰਵਿਧਾਨ ਸਭਾ ਗਠਿਤ ਕਰਨ ਦਾ ਜਿਹੜਾ ਆਧਾਰ ਸੀ ਜੀ ਉਹ ਕਿਹੜਾ ਸੀ ਇਹਨਾਂ ਵਿੱਚੋਂ? ਤਾਂ A ਆਪਸ਼ਨ ਹੈ ਜੀ ਭਾਰਤੀ ਰਾਸ਼ਟਰੀ ਕਾਂਗਰਸ ਦਾ ਪ੍ਰਸਤਾਵ, B ਆਪਸ਼ਨ ਹੈ ਕੈਬਨਿਟ ਮਿਸ਼ਨ 1946, C ਆਪਸ਼ਨ ਹੈ ਭਾਰਤੀ ਸੁਤੰਤਰਤਾ ਅਧਿਨਿਯਮ 1947, D ਆਪਸ਼ਨ ਹੈ ਰਾਜ ਵਿਧਾਨ ਮੰਡਲ ਦੇ ਪ੍ਰਸਤਾਵ। ਤਾਂ ਭਾਰਤ ਦੀ ਸੰਵਿਧਾਨ ਸਭਾ ਗਠਿਤ ਕਰਨ ਦਾ ਜਿਹੜਾ ਆਧਾਰ ਸੀ ਜੀ ਇਹਨਾਂ ਵਿੱਚੋਂ ਕਿਹੜਾ ਸੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ B ਆਪਸ਼ਨ ਕੈਬਨਿਟ ਮਿਸ਼ਨ ਯੋਜਨਾ 1946। ਠੀਕ ਹੈ ਜੀ, ਕੈਬਨਿਟ ਮਿਸ਼ਨ 1946 ਜਿਹੜਾ ਹੈ ਜੀ ਉਹ ਭਾਰਤ ਦੀ ਸੰਵਿਧਾਨ ਸਭਾ ਗਠਿਤ ਕਰਨ ਦਾ ਆਧਾਰ ਸੀ। ਨੈਕਸਟ ਕੁਐਸਚਨ ਹੈ ਜੀ, ਨਿਮਨਲਿਖਿਤ ਵਿੱਚੋਂ ਕਿਸ ਅਨੁਛੇਦ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਇੱਕ ਹੀ ਅਪਰਾਧ ਦੇ ਲਈ ਇੱਕ ਤੋਂ ਜ਼ਿਆਦਾ ਵਾਰੀ ਸਜ਼ਾ ਨਹੀਂ ਦਿੱਤੀ ਜਾ ਸਕਦੀ? ਤਾਂ ਕਿਹੜੇ ਅਨੁਛੇਦ ਵਿੱਚ ਕਿਹਾ ਗਿਆ ਹੈ ਜੀ ਕਿ ਕਿਸੇ ਵੀ ਵਿਅਕਤੀ ਨੂੰ ਇੱਕ ਹੀ ਅਪਰਾਧ ਦੇ ਲਈ ਇੱਕ ਤੋਂ ਜ਼ਿਆਦਾ ਵਾਰੀ ਸਜ਼ਾ ਨਹੀਂ ਦਿੱਤੀ ਜਾ ਸਕਦੀ? ਤਾਂ A ਆਪਸ਼ਨ ਹੈ ਜੀ ਅਨੁਛੇਦ B, B ਆਪਸ਼ਨ ਹੈ ਅਨੁਛੇਦ 21, C ਆਪਸ਼ਨ ਹੈ ਅਨੁਛੇਦ 22, D ਆਪਸ਼ਨ ਹੈ ਅਨੁਛੇਦ 17। ਤਾਂ ਕਿਹੜੇ ਅਨੁਛੇਦ ਦੇ ਵਿੱਚ ਇਹ ਕਿਹਾ ਗਿਆ ਹੈ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ A ਆਪਸ਼ਨ ਅਨੁਛੇਦ 20।
ਠੀਕ ਹੈ ਜੀ। ਅਨੁਛੇਦ 20 ਵਿੱਚ ਇਹ ਕਿਹਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਨੂੰ ਇੱਕ ਹੀ ਅਪਰਾਧ ਦੇ ਲਈ ਇੱਕ ਤੋਂ ਜ਼ਿਆਦਾ ਵਾਰੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਹੈ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਭਾਰਤੀ ਸੰਵਿਧਾਨ ਦੇ ਅਨੁਛੇਦ 344 ਦੇ ਤਹਿਤ ਪਹਿਲੀ ਰਾਜਕੀ ਭਾਸ਼ਾ ਆਯੋਗ ਦਾ ਗਠਨ ਕਿਸ ਦੀ ਪ੍ਰਧਾਨਗੀ ਵਿੱਚ ਹੋਇਆ ਸੀ? ਤਾਂ ਭਾਰਤੀ ਸੰਵਿਧਾਨ ਦੇ ਅਨੁਛੇਦ 344 ਦੇ ਤਹਿਤ ਪਹਿਲੀ ਵਾਰੀ ਰਾਜਕੀ ਭਾਸ਼ਾ ਆਯੋਗ ਦਾ ਗਠਨ ਜਿਹੜਾ ਹੈ ਜੀ ਉਹ ਕਿਸ ਦੀ ਪ੍ਰਧਾਨਗੀ ਵਿੱਚ ਹੋਇਆ ਸੀ? ਤਾਂ A ਆਪਸ਼ਨ ਹੈ ਜੀ 1950 ਵਿੱਚ KM ਮੁਨਸ਼ੀ ਦੀ ਪ੍ਰਧਾਨਗੀ ਵਿੱਚ, B ਆਪਸ਼ਨ ਹੈ 1955 ਵਿੱਚ BG ਖੇਰ ਦੀ ਪ੍ਰਧਾਨਗੀ ਵਿੱਚ, C ਆਪਸ਼ਨ ਹੈ 1960 ਵਿੱਚ MC ਖਾਲਸਾ ਦੀ ਪ੍ਰਧਾਨਗੀ ਵਿੱਚ, D ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਕੀ ਹੋਵੇਗਾ ਜੀ ਇਸ ਦਾ ਰਾਈਟ ਆਂਸਰ? ਇਸ ਦਾ ਰਾਈਟ ਆਂਸਰ ਹੋਵੇਗਾ ਜੀ B ਆਪਸ਼ਨ 1955 ਵਿੱਚ BG ਖੇਰ ਦੀ ਪ੍ਰਧਾਨਗੀ ਵਿੱਚ ਜਿਹੜਾ ਹੈ ਜੀ ਪਹਿਲੀ ਰਾਜਕੀ ਭਾਸ਼ਾ ਆਯੋਗ ਦਾ ਗਠਨ ਹੋਇਆ ਸੀ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਸੰਵਿਧਾਨ ਦੇ ਸੰਸ਼ੋਧਨ ਦੀ ਪ੍ਰਕਿਰਿਆ ਦਾ ਉਲੇਖ ਹੈ? ਤਾਂ ਸੰਵਿਧਾਨ ਦੇ ਕਿਹੜੇ ਅਨੁਛੇਦ ਵਿੱਚ ਜਿਹੜਾ ਹੈ ਜੀ ਸੰਵਿਧਾਨ ਦੇ ਸੰਸ਼ੋਧਨ ਦੀ ਪ੍ਰਕਿਰਿਆ ਦਾ ਉਲੇਖ ਹੈ, ਅਮੈਂਡਮੈਂਟ ਦੀ ਪ੍ਰਕਿਰਿਆ ਦਾ ਉਲੇਖ ਹੈ? ਤਾਂ A ਆਪਸ਼ਨ ਹੈ ਜੀ ਅਨੁਛੇਦ 356, B ਆਪਸ਼ਨ ਹੈ ਜੀ ਅਨੁਛੇਦ 352, C ਆਪਸ਼ਨ ਹੈ ਅਨੁਛੇਦ 360, D ਆਪਸ਼ਨ ਹੈ ਅਨੁਛੇਦ 368। ਤਾਂ ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਸੰਵਿਧਾਨ ਦੇ ਸੰਸ਼ੋਧਨ ਦੀ ਪ੍ਰਕਿਰਿਆ ਦਾ ਉਲੇਖ ਹੈ ਜੀ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਉਹ ਹੋਵੇਗਾ ਜੀ D ਆਪਸ਼ਨ ਅਨੁਛੇਦ 368। ਠੀਕ ਹੈ ਜੀ। ਸੰਵਿਧਾਨ ਦੇ ਅਨੁਛੇਦ 368 ਦੇ ਤਹਿਤ ਜਿਹੜਾ ਹੈ ਜੀ ਸੰਵਿਧਾਨ ਦੇ ਸੰਸ਼ੋਧਨ ਦੀ ਪ੍ਰਕਿਰਿਆ ਦਾ ਉਲੇਖ ਦਿੱਤਾ ਹੋਇਆ ਹੈ ਜੀ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਨਿਮਨਲਿਖਤ ਵਿੱਚੋਂ ਕਦੋਂ ਹੋਈ ਸੀ? ਤਾਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ BJP ਇਸ ਦੀ ਸਥਾਪਨਾ ਕਦੋਂ ਹੋਈ ਸੀ ਜੀ? ਤਾਂ A ਆਪਸ਼ਨ ਹੈ ਜੀ 6 ਅਪ੍ਰੈਲ 1985, B ਆਪਸ਼ਨ ਹੈ 6 ਅਪ੍ਰੈਲ 1980, C ਆਪਸ਼ਨ ਹੈ 26 ਅਪ੍ਰੈਲ 1990, D ਆਪਸ਼ਨ ਹੈ 16 ਅਪ੍ਰੈਲ 1978। ਤਾਂ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕਦੋਂ ਹੋਈ ਸੀ ਜੀ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਉਹ ਹੋਵੇਗਾ B ਆਪਸ਼ਨ 6 ਅਪ੍ਰੈਲ 1980 ਨੂੰ। ਠੀਕ ਹੈ ਜੀ। ਭਾਰਤੀ ਜਨਤਾ ਪਾਰਟੀ ਦੀ ਸਥਾਪਨਾ 6 ਅਪ੍ਰੈਲ 1980 ਵਿੱਚ ਹੋਈ ਸੀ। ਨੈਕਸਟ ਕੁਐਸਚਨ ਹੈ ਜੀ, ਕਿਸ ਨੇ ਕਿਹਾ ਸੀ ਕਿ ਗਾਂਧੀ ਜੀ ਨੇ ਰਾਸ਼ਟਰੀ ਅੰਦੋਲਨ ਨੂੰ ਇੱਕ ਕ੍ਰਾਂਤੀਕਾਰੀ ਅੰਦੋਲਨ ਅਤੇ ਜਨ ਅੰਦੋਲਨ ਦਾ ਰੂਪ ਦਿੱਤਾ? ਤਾਂ ਕਿਸ ਨੇ ਕਿਹਾ ਸੀ ਜੀ ਕਿ ਗਾਂਧੀ ਜੀ ਨੇ ਰਾਸ਼ਟਰੀ ਅੰਦੋਲਨ ਨੂੰ ਇੱਕ ਕ੍ਰਾਂਤੀਕਾਰੀ ਅੰਦੋਲਨ ਅਤੇ ਜਨ ਅੰਦੋਲਨ ਦਾ ਰੂਪ ਦਿੱਤਾ ਸੀ? ਤਾਂ A ਆਪਸ਼ਨ ਹੈ ਜੀ ਲੂਇਸ ਫੀਸਰ, B ਆਪਸ਼ਨ ਹੈ ਕੂਪਲੈਂਡ, C ਆਪਸ਼ਨ ਹੈ ਗੋਪਾਲ ਕ੍ਰਿਸ਼ਨ ਗੋਖਲੇ, D ਆਪਸ਼ਨ ਹੈ ਸੁਭਾਸ਼ ਚੰਦਰ ਬੋਸ। ਤਾਂ ਕਿਸ ਨੇ ਕਿਹਾ ਸੀ ਜੀ ਇਹ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ B ਆਪਸ਼ਨ ਕੂਪਲੈਂਡ ਨੇ। ਠੀਕ ਹੈ ਜੀ। ਕੂਪਲੈਂਡ ਨੇ ਕਿਹਾ ਸੀ ਕਿ ਗਾਂਧੀ ਜੀ ਨੇ ਰਾਸ਼ਟਰੀ ਅੰਦੋਲਨ ਨੂੰ ਇੱਕ ਕ੍ਰਾਂਤੀਕਾਰੀ ਅੰਦੋਲਨ ਅਤੇ ਜਨ ਅੰਦੋਲਨ ਦਾ ਰੂਪ ਦਿੱਤਾ ਹੈ। ਨੈਕਸਟ ਕੁਐਸਚਨ ਹੈ ਜੀ, ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਚੇਅਰਮੈਨ ਨਿਮਨਲਿਖਤ ਵਿੱਚੋਂ ਕੌਣ ਸੀ? ਤਾਂ ਭਾਰਤੀ ਰਾਸ਼ਟਰੀ ਕਾਂਗਰਸ ਜਿਹੜੀ ਹੈ ਜੀ ਉਸ ਦੀ ਪਹਿਲੀ ਮਹਿਲਾ ਚੇਅਰਮੈਨ ਕੌਣ ਸੀ ਜੀ ਇਹਨਾਂ ਵਿੱਚੋਂ? ਤਾਂ A ਆਪਸ਼ਨ ਹੈ ਜੀ ਸਰੋਜਨੀ ਨਾਇਡੂ, B ਆਪਸ਼ਨ ਹੈ ਐਨੀ ਬੇਸੈਂਟ, C ਆਪਸ਼ਨ ਹੈ ਜੀ ਪ੍ਰਤਿਭਾ ਪਾਟਿਲ, D ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਚੇਅਰਮੈਨ ਕੌਣ ਸੀ ਜੀ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ B ਆਪਸ਼ਨ ਐਨੀ ਬੇਸੈਂਟ। ਠੀਕ ਹੈ ਜੀ। ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਚੇਅਰਮੈਨ ਐਨੀ ਬੇਸੈਂਟ ਸੀ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਨਿਮਨਲਿਖਤ ਵਿੱਚੋਂ ਕੌਣ ਭਾਰਤ ਦੇ ਲਗਾਤਾਰ 2 ਵਾਰੀ ਰਾਸ਼ਟਰਪਤੀ ਬਣੇ ਸਨ? ਤਾਂ ਇਹਨਾਂ ਵਿੱਚ ਕੌਣ ਹੈ ਜੀ ਜਿਹੜੇ ਕਿ ਭਾਰਤ ਦੇ ਲਗਾਤਾਰ 2 ਵਾਰੀ ਰਾਸ਼ਟਰਪਤੀ ਬਣੇ ਸਨ? ਤਾਂ A ਆਪਸ਼ਨ ਹੈ ਜੀ R ਵੈਂਕਟਮਨ, B ਆਪਸ਼ਨ ਹੈ VV ਗਿਰੀ, C ਆਪਸ਼ਨ ਹੈ S ਰਾਧਾ ਕ੍ਰਿਸ਼ਨਨ, D ਆਪਸ਼ਨ ਹੈ ਰਾਜੇਂਦਰ ਪ੍ਰਸਾਦ। ਤਾਂ ਕੌਣ ਸਨ ਜੀ ਜਿਹੜੇ ਭਾਰਤ ਦੇ ਲਗਾਤਾਰ 2 ਵਾਰੀ ਰਾਸ਼ਟਰਪਤੀ ਬਣੇ ਸਨ? ਤਾਂ ਇਸ ਦਾ ਜਿਹੜਾ ਰਾਈਟ ਆਂਸਰ ਹੋਵੇਗਾ ਜੀ ਉਹ ਹੋਵੇਗਾ D ਆਪਸ਼ਨ
ਰਾਜਿੰਦਰ ਪ੍ਰਸਾਦ, ਠੀਕ ਹੈ ਜੀ, ਰਾਜਿੰਦਰ ਪ੍ਰਸਾਦ ਜਿਹੜੇ ਸਨ ਜੀ ਉਹ ਭਾਰਤ ਦੇ ਲਗਾਤਾਰ 2 ਵਾਰੀ ਰਾਸ਼ਟਰਪਤੀ ਬਣੇ ਸਨ। ਨੈਕਸਟ ਕੁਐਸਚਨ ਹੈ ਜੀ, ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਵ ਕਦੋਂ ਸ਼ਾਮਿਲ ਕੀਤੇ ਗਏ ਸਨ? ਤਾਂ ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਵ ਜਿਹੜੇ ਨੇ ਜੀ ਉਹ ਕਦੋਂ ਸ਼ਾਮਿਲ ਕੀਤੇ ਗਏ ਸਨ? ਤਾਂ A ਆਪਸ਼ਨ ਹੈ ਜੀ 1971 ਵਿੱਚ, B ਆਪਸ਼ਨ ਹੈ 1976 ਵਿੱਚ, C ਆਪਸ਼ਨ ਹੈ 1985 ਵਿੱਚ, D ਆਪਸ਼ਨ ਹੈ 1977 ਵਿੱਚ। ਤਾਂ ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਵ ਜਿਹੜੇ ਨੇ ਜੀ ਉਹ ਕਦੋਂ ਸ਼ਾਮਿਲ ਕੀਤੇ ਗਏ ਸੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ B ਆਪਸ਼ਨ 1976 ਵਿੱਚ, ਠੀਕ ਹੈ ਜੀ। ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਵ ਜਿਹੜੇ ਨੇ ਜੀ ਉਹ 1976 ਵਿੱਚ ਸ਼ਾਮਿਲ ਕੀਤੇ ਗਏ ਸਨ, ਠੀਕ ਹੈ ਜੀ। ਰਾਈਟ ਆਨਸਰ ਹੋਵੇਗਾ B ਆਪਸ਼ਨ 1976 ਵਿੱਚ, ਠੀਕ ਹੈ ਜੀ। ਤਾਂ ਫਰੈਂਡਸ ਇਹ 6 ਇੰਪੋਰਟੈਂਟ ਕੁਐਸਚਨ ਸੀ ਜੀ ਜਿਹੜੇ ਕਿ SST ਤੇ ਮਾਸਟਰ ਕੈਡਰ ਐਗਜ਼ਾਮ ਵਿੱਚ ਆ ਸਕਦੇ ਨੇ ਜੀ, ਪੁੱਛੇ ਜਾ ਸਕਦੇ ਨੇ। ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ, ਜ਼ਰੂਰ ਇਹਨਾਂ ਨੂੰ ਕਰ ਲਿਓ। ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਹੈ, ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਰੈਗੂਲਰ ਮਿਲਦਾ ਰਹੇ, ਠੀਕ ਹੈ ਜੀ। ਇਸ ਤੋਂ ਇਲਾਵਾ ਤੁਸੀਂ ਤੁਹਾਡਾ ਕੋਈ ਡਾਊਟ ਹੋਵੇ, ਕੋਈ ਕੁਐਸਚਨ ਹੋਵੇ, ਕੋਈ ਕੁਐਰੀ ਹੈ, ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ ਜੀ, ਮੈਂ ਤੁਹਾਨੂੰ ਰਿਪਲਾਈ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਜੀ, ਠੀਕ ਹੈ ਜੀ। ਇਸ ਤੋਂ ਇਲਾਵਾ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ 'ਤੇ ਵੀ ਜੁਆਇਨ ਕਰ ਸਕਦੇ ਹੋ ਸਾਨੂੰ, ਠੀਕ ਹੈ ਜੀ। RSP ਇੰਸਟੀਚਿਊਟ ਦੇ ਨਾਮ ਤੋਂ ਹੀ ਟੈਲੀਗ੍ਰਾਮ ਚੈਨਲ ਹੈ, ਉੱਥੇ ਜੁਆਇਨ ਕਰ ਸਕਦੇ ਹੋ। ਉੱਥੇ ਆਨਲਾਈਨ ਕੁਇਜ਼ ਰਾਹੀਂ ਤਿਆਰੀ ਕਰਵਾਈ ਜਾਂਦੀ ਹੈ ਜੀ, ਪ੍ਰੈਪਰੇਸ਼ਨ ਕਰਵਾਈ ਜਾਂਦੀ ਹੈ, ਤੁਸੀਂ ਪ੍ਰੈਪਰੇਸ਼ਨ ਕਰ ਸਕਦੇ ਹੋ, ਠੀਕ ਹੈ ਜੀ। ਤੇ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਕੁਝ ਹੋਰ ਇੰਪੋਰਟੈਂਟ ਕੁਐਸਚਨ ਦੇ ਨਾਲ। ਉਦੋਂ ਤੱਕ ਲਈ ਥੈਂਕ ਯੂ।